ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਕਰੰਟ ਅਫੇਅਰਸ ਦਾ ਪਾਰਟ 19 ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਪੰਜਾਬ ਲੈਵਲ ਅਤੇ ਇੰਡੀਆ ਲੈਵਲ ਦੇ ਪੇਪਰਾਂ ਦੇ ਨਾਲ ਜਿੰਨੇ ਵੀ ਰਿਲੇਟਡ ਕਰੰਟ ਅਫੇਅਰਸ ਨੇ ਉਹ ਡਿਸਕਸ ਕਰਾਂਗੇ। ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ ਕਰੰਟ ਅਫੇਅਰਸ ਦੇ 18 ਪਾਰਟ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਕਰੰਟ ਅਫੇਅਰਸ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓਜ਼ ਸੀਰੀਜ਼ ਵਾਈਜ਼ ਲੱਗੀਆਂ ਮਿਲ ਜਾਣਗੀਆਂ, ਜਾ ਕੇ ਦੇਖ ਸਕਦੇ ਹੋ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਜਾਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਕਰੰਟ ਅਫੇਅਰਸ ਡਿਸਕਸ ਕਰਨ ਜਾ ਰਹੇ ਹਾਂ। ਤਾਂ ਸੈਸ਼ਨ ਨੂੰ ਲਾਸਟ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕਰੰਟ ਅਫੇਅਰ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੀ ਪਹਿਲੀ ਸਲਾਈਡ ਦੇ ਨਾਲ। ਇਸ ਸੈਸ਼ਨ ਦੇ ਵਿੱਚ ਆਪਾਂ 2022 ਅਤੇ 2023 ਦੇ ਜਿੰਨੇ ਵੀ ਮਿਕਸ ਕਰੰਟ ਅਫੇਅਰਸ ਨੇ ਉਹ ਡਿਸਕਸ ਕਰਾਂਗੇ, ਕਿਉਂਕਿ ਪ੍ਰੀਵੀਅਸ 6 ਮੰਥ ਦੇ ਕਰੰਟ ਅਫੇਅਰਸ ਵੀ ਤੁਹਾਡੇ ਲਈ ਲਾਜ਼ਮੀ ਨੇ, ਉਹ ਵੀ ਤੁਸੀਂ ਡਿਸਕਸ ਜ਼ਰੂਰ ਕਰਨੇ ਹੈ। ਠੀਕ ਹੈ ਜੀ, ਉਹ ਵੀ ਤੁਸੀਂ ਜ਼ਰੂਰ ਨਾਲ ਦੀ ਨਾਲ ਆਪਾਂ ਪੜ੍ਹਦੇ ਰਹਿਣਾ। ਠੀਕ ਹੈ ਜੀ, ਕਿਉਂਕਿ 6 ਮੰਥ ਦੇ ਐਟਲੀਸਟ ਤੁਹਾਨੂੰ ਜ਼ਰੂਰੀ ਨੇ। ਤਾਂ ਸਭ ਤੋਂ ਪਹਿਲਾ ਜਿਹੜਾ ਫੈਕਟ ਹੈ, ਹੂ ਇਜ਼ ਦੀ ਆਥਰ ਆਫ ਦੀ ਚਿਪਕੋ ਮੂਵਮੈਂਟ ਦੀ ਪੀਪਲਜ਼ ਹਿਸਟਰੀ। ਠੀਕ ਹੈ ਜੀ, ਤਾਂ ਇਹ ਇੱਕ ਬੁੱਕ ਹੈ, ਦੀ ਚਿਪਕੋ ਮੂਵਮੈਂਟ ਅ ਪੀਪਲਜ਼ ਹਿਸਟਰੀ। ਠੀਕ ਹੈ ਜੀ, ਚਿਪਕੋ ਮੂਵਮੈਂਟ ਚੱਲੀ ਸੀ ਜਿਹੜੀ ਉੱਤਰਾਖੰਡ ਦੇ ਵਿੱਚ, ਜਿਹਦੇ ਵਿੱਚ ਲੋਕਾਂ ਨੇ ਦਰਖਤਾਂ ਨੂੰ ਹੱਗ ਕਰ ਲਈ ਸੀ। ਮਤਲਬ ਜਦੋਂ ਦਰਖਤਾਂ ਦੀ ਕਟਾਈ ਹੋ ਰਹੀ ਸੀ ਤਾਂ ਉਹ ਕਟਾਈ ਨੂੰ ਰੋਕ ਰਹੀ ਸੀ, ਤਾਂ ਉਹਦੇ ਨਾਲ ਰਿਲੇਟਡ ਹੈ ਜਿਹੜਾ ਇਹ ਚਿਪਕੋ ਮੂਵਮੈਂਟ ਹੈ। ਤਾਂ ਇੱਕ ਬੁੱਕ ਲਿਖੀ ਹੈ ਮੂਵਮੈਂਟ ਦੇ ਉੱਤੇ, ਦੀ ਚਿਪਕੋ ਮੂਵਮੈਂਟ ਅ ਪੀਪਲਜ਼ ਹਿਸਟਰੀ। ਠੀਕ ਹੈ ਜੀ, ਤਾਂ ਇਹ ਬੁੱਕ ਦਾ ਤੁਹਾਨੂੰ ਆਥਰ ਪੁੱਛ ਸਕਦੇ ਆ, ਬਹੁਤ ਇੰਪੋਰਟੈਂਟ ਬੁੱਕ ਬਣ ਜਾਂਦੀ ਹੈ ਇਹ। ਤਾਂ ਇਹ 2022 ਦਾ ਵੈਸੇ ਸਵਾਲ ਹੈ, ਤਾਂ ਇਹ ਹੈਗੀ ਆਪਣੀ ਸ਼ੇਖਰ ਪਾਠਕ ਦੀ। ਠੀਕ ਹੈ ਜੀ, ਬਟ ਬੁੱਕ ਤਾਂ ਇਹ ਮਤਲਬ ਬੁੱਕ ਦਾ ਆਥਰ ਤਾਂ ਚੇਂਜ ਹੋਣ ਨਹੀਂ ਲੱਗਿਆ। ਠੀਕ ਹੈ ਜੀ, ਕਿਉਂਕਿ ਬੁੱਕ ਦਾ ਆਥਰ ਤਾਂ ਸੇਮ ਹੀ ਰਹਿਣਾ। ਤੁਹਾਨੂੰ ਬੁੱਕ ਜ਼ਰੂਰ ਪੁੱਛ ਸਕਦੇ, ਕਿਉਂਕਿ ਬੁੱਕ ਇਹ ਬਹੁਤ ਇੰਪੋਰਟੈਂਟ ਬਣ ਜਾਂਦੀ ਹੈ। ਤਾਂ ਜਿਹੜਾ ਇਹ ਬੁੱਕ ਦਾ ਆਥਰ ਹੈ ਉਹਦਾ ਨਾਮ ਹੈ ਸ਼ੇਖਰ ਪਾਠਕ। ਠੀਕ ਹੈ ਜੀ, ਸ਼ੇਖਰ ਪਾਠਕ ਇਹਦੇ ਆਥਰ ਦਾ ਨਾਮ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਬਹੁਤ ਇੰਪੋਰਟੈਂਟ ਇਹ ਜਿਹੜਾ ਸਵਾਲ ਹੈ ਤੁਹਾਡੇ ਲਈ ਇਹ ਬਣ ਜਾਂਦਾ। ਠੀਕ ਹੈ ਜੀ, ਤਾਂ ਇਹਦਾ ਆਊਗਾ ਸ਼ੇਖਰ ਪਾਠਕ। ਅਗਲਾ ਜਿਹੜਾ ਆਪਣਾ ਫੈਕਟ ਹੈ, ਵਿਚ ਆਫ ਦੀ ਫੋਲੋਇੰਗ ਵਰ ਦੀ ਟੋਪ ਗੂਗਲ ਸਰਚ ਇਨ ਇੰਡੀਆ ਇਨ 2022। ਠੀਕ ਹੈ ਜੀ, ਤਾਂ 2022 ਦੇ ਵਿੱਚ ਜਿਹੜਾ ਗੂਗਲ ਦੇ ਉੱਤੇ ਸਭ ਤੋਂ ਵੱਧ ਸਰਚ ਕੀਤੀ ਗਈ ਚੀਜ਼ ਹੈ ਉਹ ਤੁਹਾਨੂੰ ਪੁੱਛੀ ਜਾ ਸਕਦੀ ਕਿ ਸਭ ਤੋਂ ਵੱਧ ਗੂਗਲ ਦੇ ਉੱਤੇ 2022 ਦੇ ਵਿੱਚ ਕਿਹੜੀ ਚੀਜ਼ ਸਰਚ ਹੋਈ ਹੈ। ਤਾਂ ਉਹ ਹੋਇਆ IPL। ਠੀਕ ਹੈ ਜੀ, IPL ਸਭ ਤੋਂ ਵੱਧ ਸਰਚ ਹੋਏਗਾ, ਸਭ ਤੋਂ ਵੱਧ ਸਰਚਿੰਗ ਇਹਦੀ ਹੋਈ ਹੈ। ਤਾਂ ਇਹ ਸਵਾਲ ਵੀ ਤੁਹਾਡੇ ਲਈ ਇੰਪੋਰਟੈਂਟ ਬਣ ਜਾਂਦਾ, ਗੂਗਲ ਦੇ ਨਾਲ ਰਿਲੇਟਡ ਹੈ। ਠੀਕ ਹੈ ਜੀ, ਪੁੱਛਿਆ ਜਾ ਸਕਦਾ ਤੁਹਾਨੂੰ। ਤਾਂ 2022 ਦਾ ਇਹ ਸਵਾਲ ਹੈ, ਤਾਂ ਕਿਹੜੀ ਚੀਜ਼ ਸਭ ਤੋਂ ਵੱਧ ਆਪਾਂ ਕਹਿ ਸਕਦੇ ਹਾਂ ਕਿ ਸਰਚ ਹੋਈ ਹੈ ਗੂਗਲ ਦੇ ਉੱਤੇ, ਤਾਂ ਉਹ ਹੋਈ ਹੈ IPL। ਠੀਕ ਹੈ ਜੀ, ਬਹੁਤ ਇੰਪੋਰਟੈਂਟ ਇਹ ਤੁਹਾਡੇ ਲਈ ਬਣ ਜਾਂਦਾ ਹੈ। ਅਗਲਾ ਜਿਹੜਾ ਆਪਣਾ ਫੈਕਟ ਹੈ, ਵਿਚ ਕੰਟਰੀ ਹੋਸਟਡ 2022 ਯੂਨਾਈਟਿਡ ਨੇਸ਼ਨ ਬਾਇਓਡਾਇਵਰਸਿਟੀ ਕਾਨਫਰੰਸ। ਠੀਕ ਹੈ ਜੀ, 2022 ਦੀ ਇੱਕ UN ਦੀ ਮਤਲਬ ਬਾਇਓਡਾਇਵਰਸਿਟੀ ਕਾਨਫਰੰਸ ਹੋਈ ਸੀ, ਤਾਂ 2022 ਦੀ। ਠੀਕ ਹੈ ਜੀ, ਯੂਨਾਈਟਿਡ ਨੇਸ਼ਨਸ ਦੀ। ਅਤੇ ਤੁਹਾਨੂੰ ਪੁੱਛਿਆ ਜਾਊਗਾ ਬਾਇਓਡਾਇਵਰਸਿਟੀ ਕਾਨਫਰੰਸ ਹੈ, ਕਿਉਂਕਿ ਇਸ ਲਈ ਇਹ ਬਹੁਤ ਇੰਪੋਰਟੈਂਟ ਬਣ ਜਾਂਦੀ ਹੈ। ਤਾਂ ਇਹ ਕਿੱਥੇ ਹੋਈ ਸੀ, ਤਾਂ ਇਹ ਹੋਈ ਸੀ ਕੈਨੇਡਾ ਦੇ ਵਿੱਚ। ਠੀਕ ਹੈ ਜੀ, ਕੈਨੇਡਾ ਦੇ ਵਿੱਚ ਇਹ ਹੋਈ ਸੀਗੀ 2022 ਦੀ ਯੂਨਾਈਟਿਡ ਨੇਸ਼ਨਸ ਬਾਇਓਡਾਇਵਰਸਿਟੀ ਕਾਨਫਰੰਸ। ਠੀਕ ਹੈ ਜੀ, ਬਹੁਤ ਇੰਪੋਰਟੈਂਟ ਇਹ ਆਪਣਾ ਜਿਹੜਾ ਫੈਕਟ ਹੈ ਉਹ ਬਣ ਜਾਂਦਾ ਹੈ। ਅਗਲਾ ਜਿਹੜਾ ਆਪਣਾ ਫੈਕਟ ਹੈ, ਹੂ ਬਿਕੇਮ ਦੀ ਮੋਸਟ ਰਿਟਨ ਅਬਾਊਟ ਟਰੈਕ ਐਂਡ ਫੀਲਡ ਐਥਲੀਟ ਇਨ 2022। ਤਾਂ ਸਭ ਤੋਂ ਵੱਧ ਮਤਲਬ ਜਿਹਦੇ ਬਾਰੇ ਲਿਖਿਆ ਗਿਆ। ਠੀਕ ਹੈ ਜੀ, ਜਿਹੜੇ ਐਥਲੀਟ ਬਾਰੇ ਸਭ ਤੋਂ ਵੱਧ ਲਿਖਿਆ ਗਿਆ 2022 ਦੇ ਵਿੱਚ, ਤਾਂ ਉਹ ਕਿਹੜਾ ਐਥਲੀਟ ਹੈ। ਤਾਂ ਤੁਹਾਨੂੰ ਪੁੱਛਿਆ ਜਾਊਗਾ, ਇਹ ਆਪਣਾ ਨੀਰਜ ਚੋਪੜਾ, ਜਿਹੜੇ ਆਪਣੇ ਜੈਵਲਿਨ ਥਰੋ ਦੇ ਵਿੱਚ ਹੈ, ਨੀਰਜ ਚੋਪੜਾ। ਠੀਕ ਹੈ ਜੀ, ਬਹੁਤ ਇੰਪੋਰਟੈਂਟ ਜਿਹੜਾ ਆਪਣੇ ਲਈ ਬਣ ਜਾਂਦਾ। ਤਾਂ ਇਹਨੇ ਬਹੁਤ ਗੋਲਡ ਆਪਣੇ ਇੰਡੀਆ ਦੇ ਲਈ ਲੈ ਕੇ ਆਇਆ ਇਹ ਬੰਦਾ, ਨੀਰਜ ਚੋਪੜਾ। ਠੀਕ ਹੈ ਜੀ, ਤਾਂ ਇਸ ਕਰਕੇ ਇਹਦੇ ਬਾਰੇ ਬਹੁਤ ਲਿਖਿਆ ਗਿਆ 2022 ਦੇ ਵਿੱਚ, ਨੀਰਜ ਚੋਪੜਾ ਦੇ ਬਾਰੇ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਤੁਹਾਨੂੰ ਪੁੱਛਿਆ ਜਾ ਸਕਦਾ। ਅਗਲਾ ਜਿਹੜਾ ਆਪਣਾ ਫੈਕਟ ਹੈ, ਇੰਡੀਆਜ਼ ਫਸਟ ਡਾਰਕ ਨਾਈਟ ਸਕਾਈ ਰਿਜ਼ਰਵ ਹੈਜ਼ ਬੀਨ ਆਈਡੈਂਟੀਫਾਈ ਇਨ ਵਿਚ ਸਟੇਟ ਔਰ UT। ਤਾਂ ਇਹ ਆਪਣੇ ਲੱਭਿਆ ਗਿਆ ਲਦਾਖ ਦੇ ਵਿੱਚ। ਠੀਕ ਹੈ ਜੀ, ਡਾਰਕ ਨਾਈਟ ਸਕਾਈ ਦਾ ਕੀ ਮਤਲਬ ਹੈ, ਇੱਥੇ ਮਤਲਬ ਇੱਕ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਆਪਣੇ ਸਾਇੰਟਿਸਟ ਨੇਗੇ ਉਹਨਾਂ ਦੇ ਲਈ ਇਹ ਬਹੁਤ ਇੰਪੋਰਟੈਂਟ ਚੀਜ਼ ਹੈ, ਕਿਉਂਕਿ ਇੱਥੇ ਡਾਰਕ ਨਾਈਟ ਸਕਾਈ ਦਾ ਮਤਲਬ ਹੈ ਕਿ ਇੱਥੇ ਇੱਕ ਪੁਲਾੜ ਦੇ ਵਾਂਗੂ ਉਹ ਇੱਕ ਰਿਜ਼ਰਵ ਹੈਗਾ, ਜਿੱਥੇ ਇੱਕ ਸਪੈਸ਼ਲ ਇਹ ਚੀਜ਼ ਬਣੀ ਹੋਈ ਹੈ।
ਠੀਕ ਹੈ ਜੀ। ਇੱਕ ਪੁਲਾੜ ਦੇ ਵਾਂਗੂ, ਇੱਕ ਗ੍ਰਹਿਾਂ ਵਾਂਗੂ ਇਹ ਚੀਜ਼ ਲੱਗਦੀ ਹੈ। ਡਾਰਕ ਨਾਈਟ, ਰਾਤ ਨੂੰ ਆਪਾਂ ਕਹਿ ਸਕਦੇ ਹਾਂ। ਤਾਂ ਇੱਕ ਡਾਰਕ ਨਾਈਟ ਸਕਾਈ ਰਿਜ਼ਰਵ, ਇਹ ਦੇਖਣ ਵਾਲੀ ਚੀਜ਼ ਆ। ਤੁਸੀਂ ਇਹਨੂੰ ਗੂਗਲ ਦੇ ਉੱਤੇ ਸਰਚ ਕਰਕੇ ਦੇਖਿਓ। ਤਾਂ ਇਹ ਲਦਾਖ ਦੇ ਵਿੱਚ ਇਹਨੂੰ ਆਇਡੈਂਟੀਫਾਈ ਕੀਤਾ ਗਿਆ ਹੈਗਾ। ਤਾਂ ਇਹ ਤੁਹਾਨੂੰ ਪੁੱਛਿਆ ਜਾ ਸਕਦਾ, ਬਹੁਤ ਇੰਪੋਰਟੈਂਟ ਸਵਾਲ ਤੁਹਾਡੇ ਲਈ ਇਹ ਬਣ ਜਾਂਦਾ। ਤਾਂ ਲਦਾਖ ਜਿਹੜੀ ਆਪਣੀ ਯੂਟੀ ਹੈ, ਤਾਂ ਇੱਥੇ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਫਸਟ ਡਾਰਕ ਨਾਈਟ ਸਕਾਈ ਰਿਜ਼ਰਵ, ਠੀਕ ਹੈ ਜੀ। ਡਾਰਕ ਨਾਈਟ ਦੇ ਵਿੱਚ ਇਹਨੂੰ ਦੇਖਿਆ ਜਾ ਸਕਦਾ। ਤਾਂ ਇਹ ਰਿਜ਼ਰਵ ਉੱਥੇ ਫਾਊਂਡ ਕੀਤਾ ਗਿਆ ਹੈਗਾ। ਤਾਂ ਇਹ ਲਦਾਖ ਦੇ ਵਿੱਚ, ਤੁਸੀਂ ਗੂਗਲ ਦੇ ਉੱਤੇ ਇਹਨੂੰ ਸਰਚ ਮਾਰਿਓ, ਠੀਕ ਹੈ ਜੀ। ਪੁਲਾੜ ਵਿਗਿਆਨੀਆਂ ਦੇ ਲਈ ਇਹ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ, ਠੀਕ ਹੈ ਜੀ। ਤਾਂ ਇਹਦਾ ਜਿਹੜਾ ਆਊਗਾ ਆਪਣਾ ਲਦਾਖ ਦੇ ਵਿੱਚ ਇਹ ਫਾਊਂਡ ਕੀਤਾ ਗਿਆ, ਬਹੁਤ ਇੰਪੋਰਟੈਂਟ ਆਪਣੇ ਲਈ ਇਹ ਬਣ ਜਾਂਦਾ। ਅਗਲਾ ਜਿਹੜਾ ਆਪਣਾ ਫੈਕਟ ਹੈ, ਵਿਚ ਸਿਟੀ ਹੋਸਟਡ ਦੀ ਫਸਟ ਸ਼ੇਰਪਾ ਮੀਟਿੰਗ ਆਫ ਇੰਡੀਆਜ਼ G20 ਪ੍ਰੈਜ਼ੀਡੈਂਸੀ, ਠੀਕ ਹੈ ਜੀ। ਤਾਂ G20 ਸਮਿਟ ਆਪਣੇ ਮਤਲਬ ਰੀਸੈਂਟਲੀ 2023 ਦੇ ਵਿੱਚ ਹੋ ਕੇ ਹਟਿਆ। ਸ਼ੇਰਪਾ ਇੱਕ ਕਮਿਊਨਿਟੀ ਹੁੰਦੀ ਹੈ। ਸ਼ੇਰਪਾ ਹੁੰਦੇ ਹੈਗੇ ਮਤਲਬ ਜਿਹੜੇ ਨੇਪਾਲ ਦੇ ਵਿੱਚ ਪਾਏ ਜਾਂਦੇ ਨੇ। ਸ਼ੇਰਪਾ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਅਲੱਗ-ਅਲੱਗ ਟਰਾਈਬ ਹੁੰਦੀਆਂ ਨੇ, ਤਾਂ ਸ਼ੇਰਪਾ ਵੀ ਇੱਕ ਟਰਾਈਬ ਹੈ, ਇੱਕ ਕਬੀਲਾ ਹੈ, ਠੀਕ ਹੈ ਜੀ। ਇੱਕ ਕਮਿਊਨਿਟੀ ਹੈਗੀ, ਲੋਕਾਂ ਦਾ ਇੱਕ ਸਮੂਹ ਹੈ, ਸ਼ੇਰਪਾ ਉਹਨਾਂ ਨੂੰ ਕਹਿੰਦੇ ਨੇ। ਤਾਂ ਇਹ ਨੇਪਾਲ ਦੇ ਵਿੱਚ ਪਾਈ ਜਾਂਦੀ ਹੈ। ਜਿਹੜੇ ਬੰਦੇ ਮਤਲਬ ਮਾਊਂਟ ਐਵਰੈਸਟ 'ਤੇ ਵੀ ਇਹ ਚੜ੍ਹਦੇ ਨੇ, ਠੀਕ ਹੈ ਜੀ। ਬਹੁਤ ਜਿਹੜੇ ਔਖੇ ਕੰਮ ਜਿਹੜੇ ਕਰਦੇ ਨੇ, ਉਹ ਸ਼ੇਰਪਾ ਕਮਿਊਨਿਟੀ ਦੇ ਵਿੱਚ ਕੀਤੇ ਜਾਂਦੇ ਨੇ। ਬਹੁਤ ਮਿਹਨਤੀ ਬੰਦੇ ਇਹ ਹੁੰਦੇ ਨੇ। ਤਾਂ ਇੱਕ ਸ਼ੇਰਪਾ ਇਹ ਮੀਟਿੰਗ ਹੋਈ ਹੈਗੀ G20 ਪ੍ਰੈਜ਼ੀਡੈਂਸੀ ਦੇ ਵਿੱਚ। ਤਾਂ ਇਹ ਕਿੱਥੇ ਹੋਈ ਹੈ, ਇਹ ਤੁਹਾਨੂੰ ਪੁੱਛਿਆ ਜਾਊ। ਤਾਂ ਇਹ ਹੋਈ ਹੈ ਉਦੈਪੁਰ ਦੇ ਵਿੱਚ। ਬਹੁਤ ਇੰਪੋਰਟੈਂਟ ਸਵਾਲ ਇਹ ਤੁਹਾਡੇ ਲਈ ਬਣ ਜਾਂਦਾ। ਤਾਂ ਫਸਟ ਸ਼ੇਰਪਾ ਮੀਟਿੰਗ ਇੰਡੀਆ ਦੀ ਜਿਹੜੀ G20 ਪ੍ਰੈਜ਼ੀਡੈਂਸੀ ਦੇ ਅੰਡਰ ਹੋਈ ਹੈ, ਤਾਂ ਉਹ ਹੋਈ ਹੈ ਉਦੈਪੁਰ ਦੇ ਵਿੱਚ। ਬਹੁਤ ਇੰਪੋਰਟੈਂਟ ਇਹ ਸਵਾਲ ਆ ਜਿਹੜਾ ਤੁਹਾਡੇ ਲਈ ਇਹ ਬਣ ਜਾਂਦਾ। ਅਗਲਾ ਜਿਹੜਾ ਆਪਣਾ ਫੈਕਟ ਹੈ, ਵਿਚ ਪ੍ਰੋਜੈਕਟ ਹੈਜ਼ ਬੀਨ ਇਨਕਲੂਡਡ ਬਾਈ ਦੀ UN ਇਨ ਦੀ ਵਰਲਡਸ ਟੌਪ 10 ਇਨੀਸ਼ੀਏਟਿਵਸ, ਠੀਕ ਹੈ ਜੀ। ਯੂਨਾਈਟਿਡ ਨੇਸ਼ਨਸ ਦੇ ਇੱਕ ਇਨੀਸ਼ੀਏਟਿਵ ਹੁੰਦੇ ਨੇ ਜਿਨ੍ਹਾਂ ਦੇ ਅੰਡਰ ਆਪਾਂ ਕੰਮ ਕਰਦੇ ਹਾਂ, ਠੀਕ ਹੈ ਜੀ। ਉਹਨਾਂ ਨੇ ਇੱਕ ਜਿਹੜੇ ਟੌਪ 10 ਇਨੀਸ਼ੀਏਟਿਵ, ਯਾਨੀ ਕਿ ਜਿਨ੍ਹਾਂ 'ਤੇ ਆਪਾਂ ਨੂੰ ਕੰਮ ਕਰਨ ਦੀ ਲੋੜ ਹੈ, ਠੀਕ ਹੈ ਜੀ। ਉਹ 10 ਇਨੀਸ਼ੀਏਟਿਵ ਦੇ ਵਿੱਚ ਇੱਕ ਨਵਾਂ ਇਨੀਸ਼ੀਏਟਿਵ ਐਡ ਕੀਤਾ ਹੈਗਾ, ਠੀਕ ਹੈ ਜੀ, ਆਪਣੇ ਇੰਡੀਆ ਦਾ। ਤਾਂ ਬਹੁਤ ਇੰਪੋਰਟੈਂਟ ਇਹ ਸਵਾਲ ਆਪਣੇ ਲਈ ਬਣ ਜਾਂਦਾ। UN ਦੀ ਗੱਲ ਹੋ ਰਹੀ ਹੈ ਇਹ, ਠੀਕ ਹੈ ਜੀ, ਯੂਨਾਈਟਿਡ ਨੇਸ਼ਨਸ ਦੀ। ਤਾਂ ਇਹ ਜਿਹੜਾ ਐਡ ਕੀਤਾ ਉਹਦਾ ਨਾਮ ਹੈ ਨਮਾਮੀ ਗੰਗੇ, ਨਮਾਮੀ ਗੰਗੇ, ਠੀਕ ਹੈ ਜੀ। ਗੰਗੇ ਮਤਲਬ ਗੰਗਾ ਦੇ ਨਾਲ ਰਿਲੇਟਡ ਇਹ ਮਿਸ਼ਨ ਹੈਗਾ। ਨਮਾਮੀ ਗੰਗੇ ਹੈ ਜਿਹੜਾ, ਇਹ ਗੰਗਾ ਦੀ ਸਾਫ਼ ਸਫਾਈ ਦੇ ਲਈ, ਜਾਂ ਗੰਗਾ ਨੂੰ ਆਪਾਂ ਕਿਵੇਂ ਪ੍ਰੀਜ਼ਰਵ ਰੱਖਣਾ, ਬਹੁਤ ਵਧੀਆ ਤਰੀਕੇ ਨਾਲ ਇਹਦੀ ਦੇਖਭਾਲ ਕਰਨੀ ਹੈ। ਤਾਂ ਉਹ ਨਮਾਮੀ ਗੰਗੇ ਇੱਕ ਪ੍ਰੋਜੈਕਟ ਹੈ। ਤਾਂ ਇਸ ਪ੍ਰੋਜੈਕਟ ਨੂੰ ਜਿਹੜਾ ਐਡ ਕੀਤਾ ਹੈਗਾ UN ਨੇ, ਜਿਹੜੇ ਵਰਲਡ ਦੇ ਟੌਪ 10 ਇਨੀਸ਼ੀਏਟਿਵ ਨੇ। ਤਾਂ ਇਹ ਵੀ ਇੱਕ ਇਨੀਸ਼ੀਏਟਿਵ ਹੈ ਨਮਾਮੀ ਗੰਗੇ। ਤਾਂ ਗੰਗਾ ਦੀ ਰੱਖ ਰਖਾਵ ਦੇ ਲਈ, ਗੰਗਾ ਇੱਕ ਬਹੁਤ ਪਵਿੱਤਰ ਨਦੀ ਆਪਣੇ ਇੰਡੀਆ ਦੇ ਵਿੱਚ ਮੰਨੀ ਜਾਂਦੀ ਹੈ। ਤਾਂ ਇਹਦੀ ਰੱਖ ਰਖਾਵ ਦੇ ਲਈ ਇਹ ਜਿਹੜਾ ਪ੍ਰੋਜੈਕਟ ਹੈ, ਇਹਨੂੰ ਐਡ ਕੀਤਾ ਗਿਆ, ਇਹ ਇਨੀਸ਼ੀਏਟਿਵ ਨੂੰ ਐਡ ਕੀਤਾ ਗਿਆ। ਇੱਥੇ ਤੁਹਾਨੂੰ ਪੁੱਛਿਆ ਜਾਊਗਾ, ਬਹੁਤ ਇੰਪੋਰਟੈਂਟ ਇਹ ਸਵਾਲ ਆਪਣੇ ਲਈ ਬਣ ਜਾਂਦਾ, ਨਮਾਮੀ ਗੰਗੇ। ਅਗਲਾ ਜਿਹੜਾ ਆਪਣਾ ਫੈਕਟ ਹੈ, ਵੈਨ ਵਿਲ ਗਿਆਨਯਾਨ ਮਿਸ਼ਨ ਲਾਂਚਡ, ਠੀਕ ਹੈ ਜੀ। ਗਿਆਨਯਾਨ ਇੱਕ ਮਿਸ਼ਨ ਹੈ ਜਿਹੜਾ ਉਹ ਲਾਂਚ ਕੀਤਾ ਜਾ ਰਿਹਾ ਹੈ। ਤਾਂ ਇੰਡੀਆਜ਼ ਫਸਟ ਹਿਊਮਨ ਸਪੇਸ ਮਿਸ਼ਨ ਹੈ ਇਹ। ਤਾਂ ਇੰਡੀਆ ਦਾ ਪਹਿਲਾ ਮਤਲਬ ਮਨੁੱਖੀ ਸਪੇਸ ਮਿਸ਼ਨ ਆਪਾਂ ਕਹਿ ਸਕਦੇ ਹਾਂ। ਤਾਂ ਇਹ ਕਦੋਂ ਲਾਂਚ ਕੀਤਾ ਜਾਊਗਾ? ਇਹ ਕੀਤਾ ਜਾਊਗਾ 2024 ਦੇ ਵਿੱਚ। ਇਹ ਵੀ ਸਵਾਲ ਬਹੁਤ ਇੰਪੋਰਟੈਂਟ ਤੁਹਾਡੇ ਲਈ ਬਣ ਜਾਂਦਾ, ਸਾਇੰਸ ਦਾ ਸਵਾਲ ਹੈ, ਠੀਕ ਹੈ ਜੀ। ਤਾਂ 2024 ਦੇ ਵਿੱਚ ਇਹ ਜਿਹੜਾ ਮਿਸ਼ਨ ਹੈ ਗਿਆਨਯਾਨ, ਠੀਕ ਹੈ ਜੀ, ਇਹ ਲਾਂਚ ਕੀਤਾ ਜਾਊਗਾ। ਤਾਂ ਇੰਡੀਆਜ਼ ਫਸਟ ਹਿਊਮਨ ਸਪੇਸ ਮਿਸ਼ਨ ਹੈ ਇਹ। ਤਾਂ ਇਸ ਲਈ ਇਹ ਬਹੁਤ ਇੰਪੋਰਟੈਂਟ ਬਣ ਜਾਂਦਾ। ਤਾਂ 2024 ਦੇ ਵਿੱਚ ਜਿਹੜਾ ਇਹ ਮਿਸ਼ਨ ਹੈ ਉਹ ਲਾਂਚ ਕੀਤਾ ਜਾਊਗਾ। ਬਹੁਤ ਇੰਪੋਰਟੈਂਟ ਸਵਾਲ ਇਹ ਆਪਣੇ ਲਈ ਬਣ ਜਾਂਦਾ। ਅਗਲਾ ਜਿਹੜਾ ਆਪਣਾ ਫੈਕਟ ਹੈ, ਇੰਡੀਆਜ਼ ਲੌਂਗੈਸਟ ਐਸਕੇਪ ਟਨਲ, ਠੀਕ ਹੈ ਜੀ। ਐਸਕੇਪ ਦਾ ਕੀ ਮਤਲਬ ਹੈ? ਮਤਲਬ ਜਿਵੇਂ ਅਟੈਕ ਤੋਂ ਬਚਣ ਦੇ ਲਈ, ਠੀਕ ਹੈ ਜੀ, ਮਤਲਬ ਜਿਹੜੀਆਂ ਸੁਰੰਗਾਂ ਪੁਰਾਣੇ ਟਾਈਮ ਦੇ ਵਿੱਚ ਬਣਾਈਆਂ ਜਾਂਦੀਆਂ ਸੀ ਅਟੈਕ ਤੋਂ ਬਚਣ ਦੇ ਲਈ, ਠੀਕ ਹੈ ਜੀ, ਜਾਂ ਸ਼ਾਰਟੈਸਟ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਸੁਰੰਗ ਆਪਾਂ ਬਣਾ ਲੈਂਦੇ ਹਾਂ। ਤਾਂ ਐਸਕੇਪ ਮਤਲਬ ਹਮਲਿਆਂ ਤੋਂ ਬਚਣ ਦੇ ਲਈ ਜਿਹੜੀ ਐਸਕੇਪ ਟਨਲ ਬਣਾਈ ਗਈ ਹੈ, ਕੰਸਟਰਕਟ ਕੀਤੀ ਗਈ ਹੈ। ਤਾਂ ਕਿਹੜੀ ਸਟੇਟ ਦੇ UT ਦੇ ਵਿੱਚ ਕੀਤੀ ਗਈ ਹੈ? ਲੌਂਗੈਸਟ ਹੈ ਉਹ ਇੰਡੀਆ ਦੀ। ਤਾਂ ਉਹ ਕੀਤੀ ਗਈ ਜੰਮੂ ਐਂਡ ਕਸ਼ਮੀਰ ਦੇ ਵਿੱਚ, ਠੀਕ ਹੈ ਜੀ। ਕਿਉਂਕਿ ਇੱਥੇ ਹਾਲਾਤ ਇਹੋ ਜਿਹੇ ਕਦੇ ਨਾ ਕਦੇ ਬਣ ਜਾਂਦੇ ਨੇ। ਮਤਲਬ ਰੋਜ਼ਾਨਾ ਆਪਾਂ ਨਹੀਂ ਕਹਿ ਸਕਦੇ, ਕਿ ਕਦੇ ਨਾ ਕਦੇ ਜੇ ਇਹੋ ਜਿਹੇ ਹਾਲਾਤ ਬਣਦੇ ਵੀ ਨੇ। ਤਾਂ ਇਹਨਾਂ ਨੇ ਇਹ ਚੀਜ਼ ਬਣਾਈ ਹੈ, ਐਸਕੇਪ ਟਨਲ ਆਪਾਂ ਕਹਿ ਸਕਦੇ ਹਾਂ। ਤਾਂ ਇਹ 12.8 ਕਿਲੋਮੀਟਰ ਲੰਬੀ ਇਹ ਇੱਕ ਟਨਲ ਹੈ, ਠੀਕ ਹੈ ਜੀ। ਤੁਹਾਨੂੰ ਪੁੱਛਿਆ ਜਾਊਗਾ, ਬਹੁਤ ਇੰਪੋਰਟੈਂਟ ਤੁਹਾਡੇ ਲਈ ਇਹ ਬਣ ਜਾਂਦਾ, ਐਸਕੇਪ ਟਨਲ, ਠੀਕ ਹੈ ਜੀ। ਐਸਕੇਪ ਮਤਲਬ ਅਟੈਕਸ ਤੋਂ ਬਚਣ ਦੇ ਲਈ ਇਹ ਜਿਹੜੀ ਟਨਲ ਹੈ ਉਹ ਬਣਾਈ ਗਈ ਹੈ। ਤਾਂ 12.8 ਕਿਲੋਮੀਟਰ ਇਹ ਲੰਬੀ ਹੈ। ਜੰਮੂ ਐਂਡ ਕਸ਼ਮੀਰ ਦੇ ਵਿੱਚ ਇਹ ਜਿਹੜੀ ਟਨਲ ਹੈ ਉਹ ਬਣਾਈ ਗਈ ਹੈ। ਅਤੇ ਤੁਹਾਨੂੰ ਪੁੱਛਿਆ ਜਾਊਗਾ। ਅਗਲਾ ਜਿਹੜਾ ਆਪਣਾ ਫੈਕਟ ਹੈ, ਹੂ ਇਜ਼ ਦੀ ਵਰਲਡਸ ਹਾਈਐਸਟ ਪੇਡ ਫੀਮੇਲ ਐਥਲੀਟ ਆਫ 2022। ਸਭ ਤੋਂ ਮਹਿੰਗੀ ਆਪਾਂ ਕਹਿ ਸਕਦੇ ਹਾਂ ਕਿ ਫੀਮੇਲ ਐਥਲੀਟ ਹੈਗੀ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਭ ਤੋਂ ਮਹਿੰਗੀ, ਸਭ ਤੋਂ ਪੇਡ ਆਪਾਂ ਕਹਿ ਸਕਦੇ ਹਾਂ, ਹਾਈਐਸਟ ਪੇਡ ਜਿਹਨੂੰ ਆਪਾਂ ਕਹਿ ਸਕਦੇ ਹਾਂ ਫੀਮੇਲ, 2022 ਦੀ, ਠੀਕ ਹੈ ਜੀ। 2022 ਦੇ ਤੁਸੀਂ ਯਾਦ ਰੱਖਿਓ ਕਿਹੜੀ ਪੁੱਛ ਰਹੇ ਆ। ਤਾਂ ਉਹ ਹੈਗੀ ਆਪਣੀ ਨਾਓਮੀ ਓਸਾਕਾ।
ਨਾਓਮੀ ਓਸਾਕਾ। ਤਾਂ ਇਹ ਵਰਲਡਸ ਹਾਈਐਸਟ ਪੇਡ ਫੀਮੇਲ ਹੈ 2022 ਦੀ, ਨਾਓਮੀ ਓਸਾਕਾ। ਇਹਦਾ ਨਾਮ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਸਵਾਲ ਇਹ ਤੁਹਾਡੇ ਲਈ ਬਣ ਜਾਂਦਾ। ਅਗਲਾ ਜਿਹੜਾ ਆਪਣਾ ਫੈਕਟ ਹੈ 48th ਮੀਟਿੰਗ ਆਫ GST ਕਾਊਂਸਲ ਹੈਲਡ ਇਨ ਵਿਚ ਸਿਟੀ। ਤਾਂ 48ਵੀਂ ਮੀਟਿੰਗ ਜਿਹੜੀ GST ਦੀ ਹੋਈ ਹੈ ਕਾਊਂਸਲ ਦੀ, ਤਾਂ ਉਹ ਕਿੱਥੇ ਹੋਈ ਹੈ? ਤਾਂ ਇਹ ਨਵੀਂ ਦਿੱਲੀ ਦੇ ਵਿੱਚ ਹੋਈ ਹੈ, ਠੀਕ ਹੈ ਜੀ, ਨਿਊ ਦਿੱਲੀ ਦੇ ਵਿੱਚ ਇਹ ਹੋਈ ਹੈ। ਤਾਂ ਜਿਹੜੀ GST ਕਾਊਂਸਲ ਹੈ ਇਹ ਆਪਣੀ ਇੱਕ ਕੌਂਸਟੀਟਿਊਸ਼ਨਲ ਬੋਡੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਸੰਵਿਧਾਨ ਦੇ ਵਿੱਚ ਇਹਦਾ ਜ਼ਿਕਰ ਆਉਂਦਾ। ਤਾਂ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ? ਅੰਡਰ ਆਪਣਾ 279A ਜਿਹੜਾ ਆਰਟੀਕਲ ਹੈ, 279A। ਤਾਂ ਇਹ ਆਰਟੀਕਲ ਦੇ ਅੰਡਰ ਹੈ ਜਿਹੜੀ ਆਪਣੀ GST ਕਾਊਂਸਲ ਆਉਂਦੀ ਹੈ। ਤਾਂ GST ਕਾਊਂਸਲ ਇਹ ਵੀ ਯਾਦ ਰੱਖਣਾ ਕਿ ਆਪਣੀ ਕੌਂਸਟੀਟਿਊਸ਼ਨਲ ਬੋਡੀ ਹੈ। ਤਾਂ ਇਹਦੀ ਜਿਹੜੀ 48ਵੀਂ ਮੀਟਿੰਗ ਹੋਈ ਹੈ ਇਹ ਹੋਈ ਹੈ ਨਵੀਂ ਦਿੱਲੀ ਦੇ ਵਿੱਚ। ਇਹ ਤੁਹਾਨੂੰ ਪੁੱਛਿਆ ਜਾਊਗਾ, ਬਹੁਤ ਇੰਪੋਰਟੈਂਟ ਫੈਕਟ ਇਹ ਤੁਹਾਡੇ ਲਈ ਬਣ ਜਾਂਦਾ, ਠੀਕ ਹੈ ਜੀ। 279A ਦੇ ਅੰਡਰ ਇਹ ਜਿਹੜੀ ਚੀਜ਼ ਇਹ ਆਉਂਦੀ ਹੈ, ਆਪਣੀ ਇੱਕ ਕੌਂਸਟੀਟਿਊਸ਼ਨਲ ਬੋਡੀ ਹੈ GST ਕਾਊਂਸਲ, ਠੀਕ ਹੈ ਜੀ। ਤਾਂ ਬਹੁਤ ਇੰਪੋਰਟੈਂਟ ਸਵਾਲ ਇਹ ਤੁਹਾਡੇ ਲਈ ਬਣ ਜਾਂਦਾ। ਅਗਲਾ ਜਿਹੜਾ ਆਪਣਾ ਫੈਕਟ ਹੈ ਹੂ ਹੈਜ਼ ਬੀਨ ਅਪੋਇੰਟਡ ਐਜ਼ ਚੇਅਰਮੈਨ ਆਫ ਨਾਬਾਰਡ। ਤਾਂ ਨਾਬਾਰਡ ਮਤਲਬ ਇੱਕ ਬਹੁਤ ਇੰਪੋਰਟੈਂਟ ਸੰਸਥਾ ਆਪਣੇ ਲਈ, ਠੀਕ ਹੈ ਜੀ। ਤਾਂ ਨਾਬਾਰਡ ਦਾ ਇੱਕ ਨਵਾਂ ਚੇਅਰਮੈਨ ਚੁਣਿਆ ਗਿਆ, ਤਾਂ ਉਹਦਾ ਨਾਮ ਹੈ ਸ਼ਾਜੀ KV, ਠੀਕ ਹੈ ਜੀ, ਸ਼ਾਜੀ KV ਇਹਦਾ ਨਾਮ ਹੈ। ਤਾਂ ਨਵਾਂ ਚੇਅਰਮੈਨ ਜਿਹੜਾ ਚੁਣਿਆ ਗਿਆ ਨਾਬਾਰਡ ਦਾ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਰੀਸੈਂਟਲੀ ਇਹ ਚੁਣੇ ਗਏ ਨੇ ਸ਼ਾਜੀ KV, ਠੀਕ ਹੈ ਜੀ। ਬਹੁਤ ਇੰਪੋਰਟੈਂਟ ਸਵਾਲ ਇਹ ਤੁਹਾਡੇ ਲਈ ਬਣ ਜਾਂਦਾ। ਅਗਲਾ ਜਿਹੜਾ ਆਪਣਾ ਫੈਕਟ ਹੈ ਵਿਚ ਕੰਟਰੀ ਹੋਸਟਡ ਦੀ 17th G20 ਸਮਿਟ 2022, ਠੀਕ ਹੈ ਜੀ। 2022 ਦਾ ਜਿਹੜਾ G20 ਸਮਿਟ ਹੋਇਆ ਸੀ, ਪ੍ਰੀਵੀਅਸ 2022 ਦੀ ਗੱਲ ਕਰ ਰਹੇ ਆ, ਕਿਉਂਕਿ G20 ਸਮਿਟ ਤੁਹਾਨੂੰ ਕੋਈ ਵੀ ਪੁੱਛ ਸਕਦੇ ਨੇ ਉਹ। ਇਹ ਤੁਸੀਂ ਤੁਹਾਡੇ ਤਿੰਨੋਂ ਇਹ ਜਿਹੜੇ ਫੈਕਟ ਹੈ ਪਹਿਲੇ ਤਿੰਨ ਜਿਹੜੇ ਕਲੀਅਰ ਹੋਣੇ ਚਾਹੀਦੇ ਨੇ, ਇੱਕ ਪਾਸਟ ਦਾ, ਇੱਕ ਪ੍ਰੈਜੈਂਟ ਦਾ, ਇੱਕ ਅੱਗੇ ਆਉਣ ਵਾਲਾ ਜਿਹੜਾ G20 ਸਮਿਟ ਹੈ। ਤਾਂ ਜਿਹੜਾ ਇਸ ਤੋਂ ਪਹਿਲਾਂ ਵਾਲਾ ਹੋਇਆ ਸੀ 2022 ਦਾ, ਉਹ ਹੋਇਆ ਸੀ ਇੰਡੋਨੇਸ਼ੀਆ ਦੇ ਵਿੱਚ, ਠੀਕ ਹੈ ਜੀ। ਜਿਹੜਾ 18th ਆਪਣੇ ਹੋਇਆ ਉਹ ਆਪਣੇ ਇੰਡੀਆ ਦੇ ਵਿੱਚ ਰੀਸੈਂਟਲੀ ਚੱਲ ਰਿਹਾ, ਠੀਕ ਹੈ ਜੀ। 18th ਜਿਹੜਾ G20 ਸਮਿਟ ਹੈ। ਅਤੇ ਅਗਲਾ ਜਿਹੜਾ ਆਪਣਾ ਆਉਣ ਵਾਲਾ 19ਵਾਂ, ਠੀਕ ਹੈ, ਫਿਊਚਰ ਦੇ ਵਿੱਚ 2024 ਦਾ, ਉਹ ਹੋਊਗਾ ਬ੍ਰਾਜ਼ੀਲ ਦੇ ਵਿੱਚ, ਠੀਕ ਹੈ ਜੀ। ਤਾਂ ਇਹ ਤਿੰਨੋਂ ਤੁਹਾਡੇ ਕਲੀਅਰ ਹੋ ਗਏ ਇੱਕ ਸਵਾਲ ਦੇ ਵਿੱਚ, ਠੀਕ ਹੈ ਜੀ। ਤਾਂ ਇਸ ਤੋਂ ਪਹਿਲਾਂ ਵਾਲਾ ਇੰਡੋਨੇਸ਼ੀਆ ਹੋਇਆ ਸੀ, ਅਤੇ ਜਿਹੜਾ ਪ੍ਰੈਜੈਂਟ ਚੱਲ ਰਿਹਾ ਉਹ ਆਪਣੇ ਇੰਡੀਆ ਦੇ ਵਿੱਚ ਹੀ ਚੱਲ ਰਿਹਾ। ਅਤੇ 19ਵਾਂ ਜਿਹੜਾ ਇਹ ਤੁਸੀਂ ਨਾਲ ਇਹਦੇ ਐਡੀਸ਼ਨ ਵੀ ਯਾਦ ਰੱਖਣਾ, ਠੀਕ ਹੈ ਜੀ। 18ਵਾਂ ਐਡੀਸ਼ਨ ਆਪਣੇ ਚੱਲ ਰਿਹਾ 2023 ਦਾ, ਅਤੇ 19ਵਾਂ ਐਡੀਸ਼ਨ ਜਿਹੜਾ 2024 ਦਾ ਹੋਊਗਾ ਉਹ ਹੋਊਗਾ ਬ੍ਰਾਜ਼ੀਲ ਦੇ ਵਿੱਚ, ਠੀਕ ਹੈ ਜੀ। ਬਹੁਤ ਇੰਪੋਰਟੈਂਟ ਤੁਹਾਡੇ ਲਈ ਇਹ ਬਣ ਜਾਂਦਾ। ਅਗਲਾ ਜਿਹੜਾ ਆਪਣਾ ਫੈਕਟ ਹੈ ਹੂ ਬਿਕੇਮ ਦੀ ਫਰੈਂਡਸ਼ਿਪ ਐਂਬੈਸਡਰ ਆਫ ਸਵਿਟਜ਼ਰਲੈਂਡ, ਠੀਕ ਹੈ ਜੀ। ਤਾਂ ਇੱਕ ਫਰੈਂਡਸ਼ਿਪ ਐਂਬੈਸਡਰ ਬਣਾਇਆ ਗਿਆ ਹੈਗਾ, ਤਾਂ ਕਿਹਨੂੰ ਬਣਾਇਆ ਗਿਆ? ਨੀਰਜ ਚੋਪੜਾ, ਠੀਕ ਹੈ ਜੀ। ਬਹੁਤ ਇੰਪੋਰਟੈਂਟ ਆਪਣੇ ਦੇਸ਼ ਦੇ ਖਿਡਾਰੀ ਨੇ ਇਹ, ਨੀਰਜ ਚੋਪੜਾ। ਤਾਂ ਇਹਨਾਂ ਨੂੰ ਸਵਿਟਜ਼ਰਲੈਂਡ ਦਾ ਫਰੈਂਡਸ਼ਿਪ ਐਂਬੈਸਡਰ ਜਿਹੜਾ ਬਣਾਇਆ ਗਿਆ ਨੀਰਜ ਚੋਪੜਾ ਨੂੰ। ਇਹ ਤੁਹਾਨੂੰ ਪੁੱਛਿਆ ਜਾਊਗਾ, ਬਹੁਤ ਇੰਪੋਰਟੈਂਟ ਸਵਾਲ ਇਹ ਤੁਹਾਡੇ ਲਈ ਬਣ ਜਾਂਦਾ। ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਸਵਾਲ ਹੈ ਇੰਡੀਆਜ਼ ਫਸਟ ਨੈਸ਼ਨਲ repository for life science data has been established in which state, ਠੀਕ ਹੈ ਜੀ। ਤਾਂ ਇੰਡੀਆ ਦਾ ਫਸਟ ਨੈਸ਼ਨਲ ਰਿਪੋਜ਼ਟਰੀ ਫॉर ਲਾਈਫ ਸਾਇੰਸ, ਠੀਕ ਹੈ ਜੀ, ਜੀਵਨ ਵਿਗਿਆਨ ਦੇ ਲਈ ਜਿਹੜਾ ਡਾਟਾ ਜਿਹੜਾ ਇਸਟੈਬਲਿਸ਼ ਕੀਤਾ ਗਿਆ, ਤਾਂ ਉਹ ਕਿੱਥੇ ਕੀਤਾ ਗਿਆ? ਤਾਂ ਉਹ ਕੀਤਾ ਗਿਆ ਹਰਿਆਣਾ ਦੇ ਵਿੱਚ, ਠੀਕ ਹੈ ਜੀ। ਹਰਿਆਣਾ ਦੇ ਵਿੱਚ ਇਹ ਜਿਹੜੀ ਸੰਸਥਾ ਬਣੀ ਹੈ, ਤਾਂ ਲਾਈਫ ਸਾਇੰਸ ਡਾਟਾ ਜਿਹੜਾ ਇੱਥੇ ਆਪਾਂ ਇਸਟੈਬਲਿਸ਼ ਕਰਨ ਦੇ ਲਈ ਇੱਕ ਸੰਸਥਾ ਬਣਾਈ ਗਈ ਹੈ, ਤਾਂ ਕਿੱਥੇ ਬਣਾਈ ਗਈ? ਹਰਿਆਣਾ ਦੇ ਵਿੱਚ। ਇਹ ਤੁਹਾਨੂੰ ਪੁੱਛਿਆ ਜਾਊਗਾ, ਬਹੁਤ ਇੰਪੋਰਟੈਂਟ ਹੈ ਜਿਹੜਾ ਫੈਕਟ ਹੈ ਤੁਹਾਡੇ ਲਈ ਬਣ ਜਾਂਦਾ। ਤਾਂ ਅੱਜ ਦੇ ਜਿਹੜੇ ਆਪਣੇ 15 ਫੈਕਟ ਹੈ ਉਹ ਆਪਣੇ ਕਲੀਅਰ ਆਪਾਂ ਕਰ ਲਏ ਨੇ, ਠੀਕ ਹੈ ਜੀ। ਇਹਨਾਂ ਦੇ ਨਾਲ ਜਿੰਨੇ ਵੀ ਰਿਲੇਟਡ ਫੈਕਟ ਸੀ ਉਹ ਵੀ ਆਪਾਂ ਕਲੀਅਰ ਕੀਤੇ ਨੇ, ਠੀਕ ਹੈ ਜੀ। ਤਾਂ 2022 ਅਤੇ 2023 ਦੇ ਇਸ ਤੋਂ ਬਾਅਦ ਆਪਾਂ ਮਿਕਸ ਲੈ ਕੇ ਆਇਆ ਕਰਾਂਗੇ, ਕਿਉਂਕਿ ਪ੍ਰੀਵੀਅਸ 6 ਮੰਥ ਦੇ ਵੀ ਤੁਹਾਡੇ ਆਪਾਂ ਕਵਰ ਕਰਵਾਉਣੇ ਨੇ, ਠੀਕ ਹੈ ਜੀ। ਅਤੇ ਆਉਣ ਵਾਲੇ ਅਪਕਮਿੰਗ ਜਿੰਨੇ ਵੀ ਨੇ ਉਹ ਵੀ ਆਪਾਂ ਨਾਲ ਦੀ ਨਾਲ ਕਵਰ ਕਰਦੇ ਜਾਵਾਂਗੇ। ਤਾਂ ਸੈਸ਼ਨ ਜਿਹੜੇ ਆਪਣੇ ਇਹ ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ 9 ਵਜੇ ਸੁਬਾਹ ਅਪਲੋਡ ਹੋਇਆ ਕਰਨਗੇ। ਤਾਂ ਇਹ ਤੁਸੀਂ ਕਦੇ ਵੀ ਨਾ ਭੁੱਲਣਾ ਇਹਨਾਂ ਨੂੰ ਅਟੈਂਡ ਕਰਨਾ, ਕਿਉਂਕਿ ਆਉਣ ਵਾਲੇ ਜਿੰਨੇ ਵੀ ਪੇਪਰ ਨੇ ਉਹਨਾਂ ਸਭ ਦੇ ਵਿੱਚ ਇਹ ਤੁਹਾਨੂੰ ਬਹੁਤ ਫਾਇਦਾ ਦੇਣਗੇ, ਠੀਕ ਹੈ ਜੀ। ਤਾਂ ਅੱਗੇ ਜਿਹੜੇ ਆਪਣੇ ਹੋਰ ਸੈਸ਼ਨ ਆਪਣੇ ਜਿਹੜੇ ਅਪਲੋਡ ਹੁੰਦੇ ਨੇ ਉਹ ਨੇ, ਜਿਵੇਂ ਕਿ ਸੋਮਵਾਰ ਅਤੇ ਬੁੱਧਵਾਰ ਨੂੰ ਆਪਣਾ ਦੁਪਹਿਰੇ 2 ਵਜੇ ਜਿਹੜਾ ਸੈਸ਼ਨ ਅਪਲੋਡ ਹੁੰਦਾ ਉਹ ਹੁੰਦਾ ਮਾਸਟਰ ਕੇਡਰ SST ਦਾ, ਅਤੇ ਸ਼ੁੱਕਰਵਾਰ ਨੂੰ ਆਪਣਾ ਲੂਸੈਂਟ GK ਦਾ 2 ਵਜੇ ਅਪਲੋਡ ਹੁੰਦਾ, ਠੀਕ ਹੈ ਜੀ। ਤਾਂ ਸਾਰੇ ਸੈਸ਼ਨ ਆਪਣੇ ਬੈਕ ਟੂ ਬੈਕ ਤੁਸੀਂ ਅਟੈਂਡ ਕਰਿਓ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰਿਓ, ਠੀਕ ਹੈ ਜੀ। ਜੇਕਰ ਵੀਡੀਓ ਚੰਗੇ ਲੱਗਦੇ ਇਹਨਾਂ ਨੂੰ ਲਾਈਕ ਕਰਦਿਆ ਕਰੋ, ਅੱਗੇ ਸ਼ੇਅਰ ਕਰਦਿਆ ਕਰੋ, ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਤਾਂ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਇਹਨੂੰ ਜ਼ਰੂਰ ਲਾਈਕ ਕਰਿਓ, ਅਤੇ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ, ਠੀਕ ਹੈ ਜੀ। ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।